yes students, so ਅਸੀਂ ਇੱਥੋਂ ਹੀ move ਕਰਾਂਗੇ computation of SGPA and CGPA. SGPA ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾਗਾ, it's called semester grade point average, and CGPA it's called cumulative grade point average. ठीक है, so these are the certain terms that we use in credit based जो हमारे साढ़े कोल सिस्टम है, choice based credit system. ਇਹਦੇ ਚ ਬੇਸਿਕਲੀ ਜਿਵੇਂ ਮੈਂ ਤੁਹਾਡੇ ਸਾਹਮਣੇ ਡਿਸਪਲੇ ਹੋ ਰਿਹਾ ਹੈਗਾ, ਇੱਥੇ ਤਿੰਨ ਚੀਜ਼ਾਂ ਤੇ ਅਸੀਂ ਫੋਕਸ ਕੀਤਾ ਸੀ, ਉਸ ਦਿਨ ਵੀ ਇਸ ਚੀਜ਼ ਨੂੰ ਡਿਸਕਸ ਕੀਤਾ ਥੋੜਾ ਅੱਜ ਤੱਕ ਮੈਂ, ਕੈਲਕੂਲੇਸ਼ਨ ਆਫ CGPA, ਕੈਲਕੂਲੇਸ਼ਨ ਆਫ SGPA and conversion of grades into percentage. So ਅਸੀਂ ਇਸੇ ਟੌਪਿਕ ਨੂੰ ਇਸੇ ਨੂੰ ਵਿਦ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਵਾਰੀ ਸ਼ੋ ਕਰ ਦਿੰਦੀ ਹਾਂ, ਤੁਹਾਨੂੰ ਕਲੈਰਿਟੀ ਹੋਏਗੀ ਇਸ ਚੀਜ਼ ਦੀ। ਲਾਈਕ ਦੇਖੋ ਇਹ ਮੈਂ ਇਮੇਜ ਲਈ ਆ, कैलकुलेशन जब ਅਸੀਂ CGPA ਦੀ कैलकुलेशन करनी है, it's the ratio of sum of the product of the number of credits with the grade point scored by student in all the courses taken by the student and the sum of the number of credit of all the courses undergone by a student. ਤੁਹਾਨੂੰ ਇਥੋਂ ਐਗਜ਼ਾਮਪਲਸ ਕਲੀਅਰ ਹੋ ਜਾਏਗਾ। ਇੱਥੇ ਕੁਝ ਟਰਮਸ ਨੇ ਜਿਹੜੇ ਤੁਹਾਡੇ ਕੋਲ ਆ ਰਹੀਆਂ ਨੇ, ਲਾਈਕ ਅਸੀਂ ਕਹਿੰਦੇ ਆ SI means CGPA, and ਜਦੋਂ ਅਸੀਂ ਇਹਨੂੰ ਕੈਲਕੂਲੇਟ ਕਰਨਾ, for that CI into GI, summation sum of this ਮਤਲਬ ਅਸੀਂ ਜਿੰਨੇ ਸਾਡੇ ਕੋਲ ਸਬਜੈਕਟ ਨੇ, ਜਿੰਨੇ ਸਾਡੇ ਕੋਲ ਕੋਰसेस ਨੇ, ਉਹਨਾਂ ਸਾਰਿਆਂ ਦਾ ਕੀ ਕਰਨਾ ਹੈਗਾ, ਸਮ ਕਰਨਾ ਹੈ, ਠੀਕ ਹੈ, ਡਿਵਾਈਡ ਬਾਈ summation of CI means number of credits, ਇੱਥੇ ਲਿਖਿਆ ਹੋਇਆ where CI is the number of credits of the ith course and GI is the grade point scored by the student in the ith grade. That means ਕੀ ਹੋ ਗਿਆ, ਇੱਥੇ ਹੁਣ ਦੇਖੋ ਤੁਸੀਂ ਸਾਡੇ ਕੋਲ courses ਕੀ ਨੇ, we have 8 courses and ਹਰ course ਦੇ ਵਿੱਚ ਸਾਡੇ ਕੋਲ ਕੀ ਨੇ, there are certain grades, ਕਿਤੇ 4 grades ਨੇ, ਕਿਤੇ 2 grades ਨੇ, ਕਿਤੇ 3 grades ਨੇ, and that grades credit ਦੇ according grade letters ਅਸੀਂ ਸਾਡੇ ਕੋਲ ਕੀ ਨੇਗੇ, ਇੱਕ grade letters ਨੇ, ਇੱਕ grade points ਨੇ। ਜਿਵੇਂ ਜਿਸ ਬੱਚੇ ਦਾ A grade ਆ, that means ਉਹਦਾ grade point ਕਿੰਨਾ ਗਾ, 8। ਹੁਣ ਅਸੀਂ credit points calculate ਕਰਨੇ ਨੇ, for calculating credit points, credit into grade point multiply ਕਰਾਂਗੇ ਅਸੀਂ, ਤੁਸੀਂ ਦੇਖ ਸਕਦੇ ਹੋ 4 into 8 4 into 6, ਇਸ ਤਰੀਕੇ ਨਾਲ ਅਸੀਂ calculate ਕਰਕੇ we got the credit points, ਠੀਕ ਹੈ ਜੀ। ਸੋ ਇੱਥੇ it's one process। second ਹੈ CGPA calculate ਕਰਨਾ। CGPA ਨੂੰ calculate ਕਰਨ ਦੇ ਲਈ ਸਾਡੇ ਕੋਲ ਕੀ ਹੈਗਾ, ਫਾਰਮੂਲਾ ਇਸ ਤਰੀਕੇ ਨਾਲ ਬਣਦਾ ਹੈ। ਇਹਦੇ ਚ all the semesters of the program, ਜੋ SGPA ਇਹ ਤੁਹਾਡੇ ਕੋਲ ਕੀ ਹੈਗਾ, ਇੱਕ ਸਮੈਸਟਰ ਦਾ ਇੱਕ ਬੱਚੇ ਦੀ ਪ੍ਰੋਗਰੈਸ ਆ ਗਈ। ਜਦੋਂ ਅਸੀਂ CGPA calculate ਕਰਦੇ ਹਾਂ ਸਾਡੇ ਕੋਲ ਕੀ ਆਏਗਾ, ਬੱਚੇ ਦੇ all semester, ਜੋ ਉਸ ਪ੍ਰੋਗਰਾਮ ਦੇ ਜਿੰਨੇ semesters ਨੇ, ਲਾਈਕ ਫॉर ਐਗਜ਼ਾਮਪਲ ਤੁਹਾਡੇ B.Ed ਦੇ 4 semesters ਨੇ, that in that way ਅਸੀਂ ਇਸ ਚੀਜ਼ ਨੂੰ ਕਰਾਂਗੇ, calculate ਕਰਾਂਗੇ। ਇਹ ਸਾਡੇ ਕੋਲ ਫਾਰਮੂਲਾ ਹੈ, ਫਾਰਮੂਲਾ ਦੇ ਅਕੋਰਡਿੰਗ ਇੱਥੇ ਸਾਡੇ ਕੋਲ ਜਦੋਂ ਅਸੀਂ ਇਹਨੂੰ ਕੈਲਕੂਲੇਟ ਕਰਦੇ ਹਾਂ ਤਾਂ ਇਲਸਟ੍ਰੇਸ਼ਨ ਇਸ ਦੀ ਇਸ ਵੇ ਨਾਲ, ਲਾਈਕ ਸਮੈਸਟਰ 1 ਦੇ ਵਿੱਚ ਕ੍ਰੈਡਿਟ ਕਿੰਨੇ ਨੇ, 25 ਨੇ, ਐਂਡ CGPA ਕਿੰਨਾ ਆਇਆ, 7। ਸਾਰੇ ਸਮੈਸਟਰਸ ਆ, ਜਿਵੇਂ 4 ਈਅਰ ਕੋਈ ਕੋਰਸ ਆ, ਉਹਦੇ 8 ਸਮੈਸਟਰ ਹੋਣਗੇ ਤਾਂ ਇਹ 8 ਸਮੈਸਟਰਸ ਦਾ ਕੀ ਹੈਗਾ, ਕ੍ਰੈਡਿਟ ਆਵਰਸ ਐਂਡ CGPA। ਸੋ SGPA ਸੌਰੀ, ਜਦੋਂ ਅਸੀਂ CGPA ਕੈਲਕੂਲੇਟ ਕਰਨਾ ਤਾਂ ਹਰ ਸਮੈਸਟਰ ਦੇ ਕ੍ਰੈਡਿਟ ਆਰ ਨੂੰ ਮਲਟੀਪਲਾਈ ਕਿੰਨਾ ਕਰਨਾ ਹੈਗਾ, SGPA ਨਾਲ ਮਲਟੀਪਲਾਈ ਕਰਨਾ ਤੇ ਡਿਵਾਈਡ ਕੀ ਕਰ ਦੇਣਾ ਹੈਗਾ, ਟੋਟਲ ਨੰਬਰ ਆਫ ਗ੍ਰੇਡਸ ਨਾਲ, ਕ੍ਰੈਡਿਟਸ ਨਾਲ ਡਿਵਾਈਡ ਕਰ ਦੇਣਾ ਹੈਗਾ। ਤੁਸੀਂ ਇੱਥੇ ਕ੍ਰੈਡਿਟ ਕਾਊਂਟ ਕਰਕੇ ਦੇਖਿਓ, 25 25 27, ਇਹ ਜਿਹੜਾ ਟੋਟਲ ਬਣੇਗਾ that is 200। ਸੋ ਇਸ ਤਰੀਕੇ ਨਾਲ ਸਾਡੇ ਕੋਲ ਕੀ ਹੋ ਜਾਏਗਾ, CGPA ਅਸੀਂ ਬੱਚੇ ਦਾ ਕੈਲਕੂਲੇਟ ਕਰ ਲੈਣਾ। ਜਿਵੇਂ ਇੱਥੇ CGPA ਆ ਰਿਹਾ 8.18। ਨਾਓ there is one more question, that is conversion of grade into percentage। ਉਸ ਦਿਨ ਵੀ ਮੈਂ ਤੁਹਾਨੂੰ ਜਦ ਲਾਸਟ ਲੈਕਚਰ ਸੀ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਅਸੀਂ ਕੀ ਕਰਨਾ, ਕਨਵਰਟ ਕਰਨਾ, ਕਨਵਰਜਨ ਕਰਦੇ ਹਾਂ। ਜਿਵੇਂ ਅਸੀਂ B.Ed ਚ ਐਡਮਿਸ਼ਨ ਲੈਣੀ ਆ ਬੱਚੇ ਨੇ, ਜੇ ਉਹ MSc ਜਾਂ ਗ੍ਰੈਜੂਏਸ਼ਨ ਜਿਹੜੀ ਕਰਕੇ ਆਇਆ ਉਹ CGPA ਸਿਸਟਮ ਚ ਕਰਕੇ ਆਇਆ ਤਾਂ ਅਸੀਂ ਕਨਵਰਟ ਕਰਦੇ ਹਾਂ। ਕਈ ਬੱਚਿਆਂ ਨੇ 10th CBSE ਤੋਂ ਕੀਤੀ ਹੋਈ ਆ ਤੇ ਅਸੀਂ ਉਹਨਾਂ ਬੱਚਿਆਂ ਦੇ ਸਕੋਰ ਨੂੰ ਕੀ ਕਰਦੇ ਹਾਂ, ਕਨਵਰਟ ਕਰਦੇ ਹਾਂ ਪਰਸੈਂਟੇਜ ਦੇ ਵਿੱਚ। ਸੋ ਕਨਵਰਜਨ ਕਿਵੇਂ ਕਰਨੀ ਆ, that are the different sometimes different formulas। मैं ये जो formula दस रही हूं that is according to the UGC। so जे ਅਸੀਂ CBSE ਦੀ ਗੱਲ ਕਰਦੇ ਹਾਂ, CBSE ਦੇ according formula क्या होगा, different होएगा। ਇੱਥੇ conversion ਦਾ formula ਕੀ ਆ ਗਿਆ ਸਾਡੇ ਕੋਲ, CGPA earned minus 0.75 into 10 और जो that is equal to percentage of
marks scored. Like for example, जो CGPA earned है that is 8.18 and minus 0.75, then we multiply with 10. So इस तरीके नाल साडे कोल की आ जाएगी परसेंटेज कन्वर्ट होके आ जाएगी. So next है क्रेडिट बेस जो सिस्टम है वो UGC च किवें फॉलो किया जाता है. UGC दे अकॉर्डिंग ओके सॉरी हाँ जी. सो यूजीसी ਦੇ ਅਕੋਰਡਿੰਗ ਜਦੋਂ ਅਸੀਂ यूजीसी ਦੇ ਅਕੋਰਡਿੰਗ ਕ੍ਰੈਡਿਟ ਬੇਸ ਸਿਸਟਮ ਦੀ ਗੱਲ ਕਰਦੇ ਹਾਂ, ਕ੍ਰੈਡਿਟ ਕਾਰਡ ਜਿਹੜੇ ਪ੍ਰਪੇਅਰ ਕੀਤੇ ਜਾਂਦੇ ਨੇ ਫॉर ਸਟੂਡੈਂਟ, ਉਹਦੇ ਚ ਬੱਚਿਆਂ ਦਾ ਡਿਫਰੈਂਟ ਕਾਈਂਡ ਆਫ ਰਿਕਾਰਡ ਮੈਂਸ਼ਨ ਹੁੰਦਾ, ਐਂਡ ਦੈਟ ਰਿਕਾਰਡ ਇਨ ਦਾ ਫਾਰਮ ਆਫ ਥਿਓਰੈਟੀਕਲ, ਪ੍ਰੈਕਟੀਕਲ ਐਂਡ ਸਕਿੱਲ ਡਿਵੈਲਪਮੈਂਟ ਟਾਸਕ. ਉਹ ਵੇਰੀ ਕਰਦੇ ਨੇ ਜਿੰਨੇ ਬੱਚਿਆਂ ਨੂੰ ਡਿਵਾਈਡ ਕੀਤੇ ਨੇ ਅਸੀਂ ਉਹਦੇ ਅਕੋਰਡਿੰਗ ਕੀ ਕਰਦੇ ਹਾਂਗੇ ਬੱਚਿਆਂ ਦੇ ਉਹ ਟਾਸਕ ਨੂੰ ਐਡ ਕਰਕੇ ਤੇ ਬੱਚਿਆਂ ਦਾ ਰਿਪੋਰਟ ਕਾਰਡ ਪ੍ਰਪੇਅਰ ਹੁੰਦਾ. एंड जो स्टूडेंट दी बेसिकली असी कंपोनेंट्स नु कवर करते हैं या मेन एलिमेंट्स देखते हैं. देयर आर मेन टू एलिमेंट्स, दैट इज मास्टरी ओवर या स्टूडेंट सॉरी हाँ जी, मास्टरी ओवर स्किल्स एंड क्वालिटीज. मेन साडा फोकस की होएगा कि स्टूडेंट्स नु की करना, उन्हां दी जो स्किल्स ने गियां जां उन्हां दी क्वालिटीज दी की करनी है, स्टूडेंट्स नु मास्टरी करानी है फॉर प्रैक्टिकल और फील्ड स्टडीज. सेकेंडली क्रिटिकल एंड रिसर्च ओरिएंटेड एटीट्यूड टूवर्ड द सब्जेक्ट. ਜਿਹੜਾ सब्जेक्ट बच्चे ਦਾ है, बच्चे ਦਾ ਉਹ सब्जेक्ट ਦੇ ਵਿੱਚ क्रिटिकल ਤੇ रिसर्च ओरिएंटेड एटीट्यूड डेवलप करना. सो ਜਦੋਂ ਅਸੀਂ ਇਸ ਮੈਥਡ ਦੀ ਗੱਲ ਕਰਦੇ ਹਾਂ ਜਾਂ UGC ਦੀਆਂ ਨਾ ਗਾਈਡਲਾਈਨਸ ਦੀ ਗੱਲ ਕਰਦੇ ਹਾਂ, ਕਿਸੇ ਵੀ ਕੋਰਸ ਦੇ ਅੰਡਰ there are different components and these components are like for example ਮੇਰੇ ਤੁਹਾਡੇ ਸਾਹਮਣੇ ਡਿਸਪਲੇ ਹੋ ਰਹੇ ਨੇ lecture classes, tutorial sessions and practical work. These are the three components that are main focused under UGC credit based system. Here lecture classes means 2 credits for 2 hours of study per week in an academic session. Lecture classes की होंगियां 2 credits for 2 hours of study per week in an academic session, and tutorial session 1. It's a 1 credit for the study of 2 hours per week in an academic session, and practical work 1 credit for 2 hours of study per week in an academic session. Means तीन चीज़ां च डिवाइड हो गया. जे साडे कोल किन्ने टोटल एक क्लास दे एक कोर्स दे 4 क्रेडिट्स ने. 4 क्रेडिट्स दे विचों 2 क्रेडिट्स फॉर लेक्चर क्लासेस, 1 क्रेडिट फॉर ट्यूटोरियल क्लासेस and 1 for practical work. So there are total 4 credit hours. And जो इहदे लई working hours ਅਸੀਂ per week decide ਕੀਤੇ ਹੁੰਦੇ ਨੇ, that is 6 hours per week. सो ये इस तरीके नाल असीं की करदे इहनूं डिवाइड करदे हां. सो जे इहनूं असीं रेशो च देखदे हां कि तां किसी भी पेपर की जिहड़ी रेशो आ, दैट रेशो बिटवीन डिफरेंट कंपोनेंट्स एज 2:1:1. सो स्टूडेंट्स दे कोल की आ गए, स्टूडेंट दे जो द क्रेडिट आवर्स नेगे 4 क्रेडिट्स आर फॉर 1 कोर्स. सो इट्स अबाउट UGC क्रेडिट बेस्ड सिस्टम. सो नैक्सट असीं मूव करदे हां एडवांटेजेस ऑफ CBCS, क्योंकि हर चीज़ दियां कुछ सर्टन एडवांटेजेस ने, कुछ सर्टन डिसएडवांटेजेस ने. ते इत्थे जड़ियां असीं गल करदे हां एडवांटेजेस दी. एडवांटेजेस की नेगियां, लाइक फॉर एग्जांपल टू कीप ट्रैक प्रोग्रेस. सब तो मेन की हैगा जदों असीं क्रेडिट बेस सिस्टम की गल करदे हां, इहदे नाल असीं बच्चों दा जो प्रोग्रेस आ, बच्चों दे जो डिटरमिनेंट्स नेगे, बच्चों किवें डिटरमिन करना, बच्चों दी किहड़ियां रिक्वायरमेंट्स ने जिहड़ियां मीट करनियां ने, उहदे लई थ्रू दिस सिस्टम साडे कोल की आउंदा एक प्रॉपर रिकॉर्ड बच्चों का आ जाता, जिन्होंने असीं की करदे हां कि मेनटेन करदे हां. बच्चों दी प्रोग्रेस नूं कर लैंदे कि असीं मेनटेन करदे हां. सेकेंडली एस्टीमेट ऑफ वर्कलोड. It offer a good estimate of a workload of a program and how it is distributed between the different higher
एजुकेशनल एक्टिविटीज मीनस असी जो वर्कलोड है उन्होंने किवें डिवाइड करना, जिवें तुसीं देखिए ही आ असी कुछ आर्ट्स जिहड़े दित्ते ने कि वो थ्योरेटिकल पार्ट दित्ते ने, कुछ प्रैक्टिकल पार्ट ने, कुछ ट्यूटोरियल वर्क ने, वो असी की कीता गा वर्कलोड नू डिवाइड कर लिया। दैन प्यूपल सेंटर्ड अप्रोच, जिहड़ी क्रेडिट बेस्ड सिस्टम अप्रोच आ, इट्स प्यूपल सेंटर्ड अप्रोच। फुल अटेंशन जिहड़ी असी इहदे विच दिंदे आंगे दैट इज गिवन टू द नीड्स, abilities and interest of the students. Uniformity, it's always bring uniformity and harmony in the teaching learning process, क्योंकि सारे बच्चों की करते हैं इको पैटर्न पे असेस करते हैं। मोटिवेशन, ਜਦੋਂ स्टूडेंट्स गुड क्रेडिट्स अर्न करते हैं ਜਾਂ ਉਹਨਾਂ ਦੇ ਕੋਲ गुड क्रेडिट्स ने इन अ कोर्स पेपर और क्लास, they are motivated. Hence this system helpful to increase the motivational value among the students. Next is standard for promotion to next class. ਜਦੋਂ ਅਸੀਂ ਬੱਚੇ ਨੂੰ ਪ੍ਰਮੋਟ ਕਰਨਾ ਟੂ ਨੈਕਸਟ ਕਲਾਸ ਤਾਂ ਉਸ ਟਾਈਮ ਵੀ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਕਿ ਅਸੀਂ ਬੱਚੇ ਦੇ ਕ੍ਰੈਡਿਟ ਜਿਹੜੇ ਉਹਨੇ ਅਰਨ ਕੀਤੇ ਨੇ, ਕ੍ਰੈਡਿਟ ਅਰਨ ਕੀਤੇ ਨੇ, ਉਹਨਾਂ ਨੂੰ ਯੂਜ਼ ਕਰਕੇ ਬੱਚੇ ਦੇ ਕੁਆਲੀਫਾਈਂਗ ਐਗਜ਼ਾਮ ਲੈ ਕੇ ਬੱਚੇ ਨੂੰ ਕੀ ਕਰ ਦੇਣਗੇ, ਨੈਕਸਟ ਕਲਾਸ ਲਈ ਪ੍ਰਮੋਟ ਕਰ ਦੇਣਗੇ। ਸਟੈਂਡਰਡ ਫॉर ਐਡਮਿਸ਼ਨ ਟੂ ਇੰਸਟੀਟਿਊਸ਼ਨਸ, जो ਜਿਹੜੇ ਸਾਡੇ ਕੋਲ ਕੁਝ ਸਮ ਇੰਸਟੀਚਿਊਟ ਜਿਹੜੇ ਨੇਗੇ ਉਹ ਸਟੂਡੈਂਟਸ ਨੂੰ ਜਦੋਂ ਉਹਨਾਂ ਨਿਊਲੀ ਸਟੂਡੈਂਟਸ ਨੂੰ ਐਡਮਿਟ ਕਰਨਾ, ਉਹ ਐਡਮਿਟ ਕਰਦੇ ਨੇ ਬੱਚਿਆਂ ਦੇ ਬੇਸਡ ਔਨ ਜਿਹੜੇ ਕ੍ਰੈਡਿਟ ਕੋਰਸਿਸ ਨੇ ਜੋ ਉਹਨਾਂ ਨੇ ਕੁਆਲੀਫਾਈ ਐਗਜ਼ਾਮ ਕੀਤਾ ਹੈ। ਦੈਨ ਵੈਲਿਡਿਟੀ, credit based system has elements of validity. Result obtained by this system are valid. Reliability, जो ये system है जे valid है तो नाल reliable भी है, क्योंकि this system is more reliable as compared to other systems. Comprehensiveness, इस method ਦੇ ਵਿੱਚ ਜਿਹੜੇ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਨੇ ਨੰਬਰ ਆਫ ਕੰਪੋਨੈਂਟਸ ਕੀ ਨੇਗੇ ਇਨਵੋਲਵ ਹੁੰਦੇ ਨੇ। ਸੋ ਅਸੀਂ ਇਹ ਕਹਿ ਸਕਦੇ ਹਾਂ ਦਿਸ ਸਿਸਟਮ ਇਜ਼ ਅ ਕੰਪਰੀਹੈਂਸਿਵ ਸਿਸਟਮ ਔਰ ਡਿਟੇਲ ਸਿਸਟਮ ਜੋ ਹਰ ਕੰਪੋਨੈਂਟ ਨੂੰ, ਹਰ ਆਸਪੈਕਟ ਨੂੰ ਬੱਚੇ ਦੇ ਵਿੱਚ ਕੀ ਕਰਦਾ ਹੈ, ਕਵਰ ਕਰਦਾ। ਟ੍ਰਾਂਸਫਰੇਬਿਲਿਟੀ, ਸਮ ਜਿਹੜੇ ਐਕੈਡੈਮਿਕ ਕ੍ਰੈਡਿਟ ਸਿਸਟਮਸ ਨੇ ਉਹ ਪਰਮਿਟ ਕਰਦੇ ਨੇ ਸਟੂਡੈਂਟਸ ਨੂੰ ਕਿ ਉਹ ਆਪਣੇ ਜਿਹੜੇ ਕ੍ਰੈਡਿਟ ਆਰਸ ਨੇਗੇ ਉਹਨਾਂ ਨੂੰ ਟ੍ਰਾਂਸਫਰ ਕਰ ਸਕਦੇ ਨੇ एक जगह पे अर्न किते, जो उन्होंने अर्न किते ने कि क्रेडिट आर, वो क्रेडिट आर्स करते हैं नेक्स्ट कोर्स ਲਈ यूज कर सकते हैं। हेल्प टू गेट जॉब ਜਾਂ जॉब गेटिंग ਲਈ ਵੀ ਕੀ ਨੇਗੇ हेल्पफुल ने। इफ अ स्टूडेंट हैज गॉट ग्रेड इन अ स्टडी प्रोग्राम, ਉਹਨੇ जॉब ਲੈਣੀ ਆ, ਉਹਨੇ ਗੁੱਡ ਐਕੈਡੈਮਿਕ ਜੋ ਉਹਦੇ ਕੋਲ ਕ੍ਰੈਡਿਟ ਕਾਰਡਸ ਨੇਗੇ ਉਹ ਹੈਲਪ ਕਰਦੇ ਨੇ ਬੱਚੇ ਨੂੰ ਕੁਝ ਨਵਾਂ ਲਰਨ ਕਰਨ ਦੇ ਲਈ। ਸੋ these all the advantages of CBCS. So next move with, क्योंकि जिथे advantages ने उथे disadvantages भी होंगे। So next move with disadvantages. So first जो disadvantage है, it's a new system, new method. It's a quite ਅਸੀਂ कह रहे हैं new method, so which is still in experimental stage. ਹਾਲੇ ਨੂੰ ਅਸੀਂ ਯੂਜ਼ ਕਰ ਰਹੇ, ਜਿਵੇਂ ਤੁਹਾਡੇ ਬੀਐਡ ਦੇ ਲਈ ਵੀ ਹਾਲੇ ਇਹ ਸਿਸਟਮ ਨਹੀਂ ਆਇਆ। ਐਮਐਡ ਦੇ ਵਿੱਚ ਇਹ ਸਿਸਟਮ ਫੋਲੋ ਕੀਤਾ ਜਾਂਦਾ, ਪਰ ਸਮ ਟਾਈਮ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਲਈ, ਇਸ ਪ੍ਰੋਸੈਸ ਨੂੰ ਸਮਝਣ ਦੇ ਲਈ ਵੀ ਟਾਈਮ ਚਾਹੀਦਾ। ਸੋ ਇਹ ਸਿਸਟਮ ਕੀ ਹੈਗਾ, ਆਲ ਟੂਗੇਦਰ ਨਿਊ ਹੈ, ਸੋ ਸਟਿਲ ਐਕਸਪੈਰੀਮੈਂਟਲ ਸਟੇਜ ਤੇ ਹੈ। ਦੇਅਰਫੋਰ ਇਟਸ ਯੂਜ਼ ਬਿਕਮ ਵੈਰੀ ਟਰਬਲਸਮ ਟੂ 올ਡ ਪੀਪਲ, ਜਿਹੜੇ ਇਸ ਸਿਸਟਮ ਚੋਂ ਪਹਿਲਾਂ ਨਹੀਂ ਆਏ, ਜਿਹੜੇ ਐਗਜ਼ਾਮੀਨੇਸ਼ਨ ਸਿਸਟਮ ਦੇ ਦੂਸਰੇ ਸਿਸਟਮ ਫੋਲੋ ਕਰਦੇ ਨੇ, ਉਹਨਾਂ ਲਈ ਸਿਸਟਮ ਕੀ ਹੈਗਾ, ਡਿਫਿਕਲਟ ਹੈ। ਐਕਸਪੈਂਸਿਵ ਮੈਥਡ for implementation of credit based system, much money is needed, it's expensive, ਇਹਦੇ ਚ ਜ਼ਿਆਦਾ efforts ਕਰਨੇ ਪੈਣਗੇ, ਜ਼ਿਆਦਾ ਸਾਨੂੰ sources use ਕਰਨੇ ਪੈਣਗੇ, so money is needed more. Extra burden on students, in this system student have to do various type of learning jobs which is an extra burden on the student। ਅਸੀਂ ਕਹਿੰਦੇ ਕਿ normal ਕੀ ਹੈ ਸਾਡੇ ਕੋਲ study hours ਨੇ, ਅਸੀਂ ਉਸੇ ਚੀਜ਼ ਪ੍ਰੈਕਟੀਕਲ ਕਰ ਦਿੱਤਾ। ਇੱਥੇ ਕੀ ਹੈਗਾ, ਹਰ ਚੀਜ਼ ਨੂੰ ਅਲੱਗ ਤੋਂ ਵੇਟੇਜ ਆ, ਤਾਂ ਬੱਚਿਆਂ ਦੇ ਨੂੰ ਕੀ ਕਰਨਾ ਪਏਗਾ, ਡਿਫਰੈਂਟ ਕੰਪੋਨੈਂਟ ਨੂੰ ਡਿਫਰੈਂਟ ਵੇ ਨਾਲ ਕਰਨਾ ਪਏਗਾ। ਸੋ ਉਹਨਾਂ ਤੇ ਬਰਡਨ ਕੀ ਹੋਏਗਾ, ਅਲੱਗ ਜ਼ਿਆਦਾ ਹੋਏਗਾ। ਪਾਰਸ਼ੈਲਿਟੀ ਬਾਈ ਟੀਚਰ, in this system the role and authority of teacher is quite important, therefore scope ਕੀ ਹੋਏਗਾ, ਟੀਚਰ ਦਾ ਐਟੀਟਿਊਡ ਕੀ ਹੋਏਗਾ, ਪਾਰਸ਼ਲ ਹੋਏਗਾ ਟੁਵਰਡ ਸਟੂਡੈਂਟਸ। ਸੋ ਉੱਥੇ ਮਾਰਕਸ ਬੱਚਿਆਂ ਦੇ ਗ੍ਰੇਡਸ ਉਹ ਚੀਜ਼ਾਂ ਕੀ ਹੋਣਗੀਆਂ, ਅਫੈਕਟ ਹੋਣਗੀਆਂ। burden on the teacher, ਇੱਕ ਦੀ ਇਹ ਵੀ ਡਿਸਐਡਵਾਂਟੇਜ ਕਹਿ ਸਕਦੇ ਹਾਂ ਅਸੀਂ। ਇਨ ਸਕੂਲ ਸਿਸਟਮ ਕ੍ਰੈਡਿਟ ਸਿਸਟਮ ਜੋ ਹੈ ਜਦੋਂ ਟੀਚਰ ਫੋਲੋ ਕਰੇਗਾ
टीचर ਨੂੰ ਆਪਣੀ ਜੋ normal routine ਆ ਉਹਦੇ ਨਾਲ different components ਤੇ ਵੀ work ਕਰਨਾ ਪਏਗਾ। ਸੋ ਉਹਦੇ ਨਾਲ ਕੀ ਹੋਏਗਾ, ਟੀਚਰ ਤੇ ਐਕਸਟਰਾ ਵਰਕਲੋਡ ਹੋਏਗਾ ਇਸ ਤਰ੍ਹਾਂ ਦੇ ਟਾਸਕ ਨੂੰ ਪਰਫਾਰਮ ਕਰਨ ਦੇ ਲਈ। ਸੋ ਇਸ ਕਰਕੇ ਕੀ ਹੈਗਾ, ਇਹਦੇ ਸਿਸਟਮ ਦੇ ਵਿੱਚ ਜਿੱਥੇ ਪੋਜ਼ਿਟਿਵ ਐਸਪੈਕਟ ਨੇ ਸਿਸਟਮ ਦੇ, ਕੁਝ ਨੈਗੇਟਿਵ ਐਸਪੈਕਟਸ ਵੀ ਨੇ। ਸੋ ਅਸੀਂ ਦੋਨਾਂ ਨੂੰ ਸਾਈਡ ਬਾਈ ਸਾਈਡ ਲੈ ਕੇ ਚੱਲਦੇ ਹਾਂ, ਐਡਵਾਂਟੇजेस ਐਂਡ ਲਿਮਿਟੇਸ਼ਨ ਜੋ ਨੇਗੀਆਂ। ਸੋ in all or in nutshell, school based जो credit system है, that represent a shift in focus from teaching based to learning based education। क्योंकि इस system ਦੇ ਨਾਲ ਕੀ ਹੋਏਗਾ, ਜੋ teaching based ਤੇ teachers ਦਾ main focus ਸੀ, ਉਹ ਤੋਂ ਹਟ ਕੇ ਅਸੀਂ ਕਿੱਥੇ ਆਉਣਾ ਦਾ learning based education ਤੇ ਆਉਣਾ, ਜਿੱਥੇ ਅਸੀਂ ਕਹਿੰਦੇ ਹਾਂ student center approach ਆ। Since the workload is based on the investment of time in learning, so ਇੱਥੇ basically ਕੀ ਹੋਏਗਾ, ਅਸੀਂ ਕਿਸ ਕੰਟੈਕਸਟ ਤੇ ਕਿੰਨਾ ਟਾਈਮ ਡਿਵੋਟ ਕਰ ਰਹੇ ਹਾਂ, ਕਿੰਨਾ ਬੱਚਿਆਂ ਦੇ ਨਾਲ ਇਨਵੋਲਵਮੈਂਟ ਸ਼ੋ ਕਰ ਰਹੇ ਹਾਂ, ਉਹਦੇ ਅਕੋਰਡਿੰਗ ਸਾਡਾ ਕੀ ਹੋਏਗਾ, ਸਾਡੀ ਅਸੀਂ ਸਿਸਟਮ ਨੂੰ ਇੰਪਰੂਵ ਕਰਾਂਗੇ। ਨੋ ਡਾਊਟ ਲਿਮਿਟੇਸ਼ਨਸ ਨਹੀਂ, ਬਟ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਸਿਸਟਮ ਨੂੰ ਫੋਲੋ ਕਰਾਂਗੇ, ਉਹਦੇ ਨਾਲ ਹੀ ਉਹ ਲਿਮਿਟੇਸ਼ਨਸ ਕੀ ਹੋਣਗੀਆਂ ਸਾਡੀਆਂ ਰਿਮੂਵ ਹੋਣਗੀਆਂ। ਸੋ ਦੈਟਸ ਆਲ ਅਬਾਊਟ ਦਿਸ ਟੌਪਿਕ।